ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ 'ਤੇ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 29 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਜਿਹੜਾ ਜੀ ਸੰਪਰਕ ਕਰੋ 4082722500। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ, ਬੇਕਰਸਫੀਲਡ, ਅਵਤਾਰ ਸਿੰਘ ਮੰਜਲ, ਕਲੋਵਿਸ ਮਨਜੀਤ ਸਿੰਘ, ਫਰੀਮੌਂਟ, ਮੱਖਣ ਸਿੰਘ ਮਾਨ, ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ, ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ, ਵਰਜੀਨੀਆ, ਭਵਨ ਸਿੰਘ, ਗੌਰਵ ਸਿੰਘ ਸਹੋਤਾ, ਯੂਬਾ ਸਿਟੀ, ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ, ਔਲਖ ਟਰੱਕਿੰਗ, ਫਰੈਜ਼ਨੋ, ਜਸਪੀਰ ਸਿੰਘ ਫੋਂਟੈਨਾ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7678 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਓਰੇਗਨ ਪੋਰਟਲੈਂਡ ਤੋਂ ਆ ਰਹੀ ਆ, ਜਿੱਥੇ ਕਿ ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਹੈੱਡ ਹੈਗੇ ਆ ਸ਼ੈਡ ਵੋਲਫ, ਅਤੇ ਉਹਨਾਂ ਨੇ ਇਹ ਕਿਹਾ ਵੀ ਓਰੇਗਨ ਦੇ ਗਵਰਨਰ ਬਰਾਊਨ ਉਹਨਾਂ ਦੇ ਨਾਲ ਹੁਣ 24 ਘੰਟਿਆਂ ਤੋਂ ਪਿਛਲੇ ਲਗਾਤਾਰ ਗੱਲਬਾਤ ਚੱਲ ਰਹੀ ਆ, ਕਿਉਂਕਿ ਉੱਥੇ ਕਾਫੀ ਪ੍ਰੋਟੈਸਟ ਹੋ ਰਹੇ ਸੀ, ਜਿਨ੍ਹਾਂ 'ਚ ਕੁਛ ਵਾਇਲੈਂਸ ਵੀ ਹੋਈ ਸੀ, ਅਤੇ ਫੈਡਰਲ ਏਜੰਟਸ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਹੋਰ ਏਜੰਸੀਆਂ ਦੇ ਜਿਹੜੇ ਲੋਕ ਆ ਉਹ ਉੱਥੇ ਸੀਗੇ। ਸੋ ਹੁਣ ਉਹ ਕਹਿੰਦੇ ਆ ਵੀ ਸਾਡੇ 'ਚ ਐਗਰੀਮੈਂਟ ਹੋ ਗਿਆ, ਅਤੇ ਜਿਹੜੇ ਫੈਡਰਲ ਏਜੰਟਸ ਹੈਗੇ ਆ ਉਹ ਉੱਥੋਂ ਹੌਲੀ ਹੌਲੀ ਵਿਦਡਰਾ ਕਰਨਾ ਸ਼ੁਰੂ ਕਰ ਦੇਣਗੇ ਜੀ। ਅਤੇ ਇਹ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਇਹ ਵੀ ਦੱਸਦੇ ਜਾਈਏ, ਅੱਜ ਜਿਹੜਾ ਕੈਪੀਟਲ ਹਿੱਲ ਦੇ ਉੱਤੇ ਐਮਾਜ਼ੋਨ, ਐਪਲ, ਫੇਸਬੁੱਕ, ਗੂਗਲ ਜਿਹੜੇ ਆ ਉਹਨਾਂ ਨੂੰ ਗ੍ਰਿਲ ਕਹਿੰਦੇ ਆ ਚੰਗੀ ਤਰ੍ਹਾਂ ਕੀਤਾ ਗਿਆ। ਡੈਮੋਕ੍ਰੇਟ ਅਤੇ ਰਿਪਬਲਿਕਨ ਦੋਨਾਂ ਦੇ ਹੀ ਜਿਹੜੇ ਸੈਨੇਟਰਸ ਆ, ਉਹਨਾਂ ਨੇ ਇਹਨਾਂ ਦੇ ਜਿਹੜੇ CEOs ਐਗਜ਼ੀਕਿਊਟਿਵਸ ਆ, ਉਹਨਾਂ ਨੂੰ ਕਹਿ ਲਓ ਵੀ ਸਾਰੀ ਦੁਨੀਆ ਦੇ ਸਾਹਮਣੇ ਇੱਕ ਹਿਸਾਬ ਦੇ ਨਾਲ 6 ਘੰਟੇ ਤੱਕ ਸਵਾਲਾਂ ਦੇ ਕਟਹਿਰੇ ਦੇ ਵਿੱਚ ਜਿਹੜਾ ਆ ਉਹ ਖੜਾ ਕਰੀ ਰੱਖਿਆ। ਐਂਟੀ ਟਰਸਟ ਸਬ ਕਮੇਟੀ ਦੇ ਸਾਹਮਣੇ ਜਿਹੜਾ ਆ ਇਹ ਪੇਸ਼ ਹੋਏ ਸੀ। ਮਿਲੀਅਨਸ ਆਫ ਡਾਕੂਮੈਂਟਸ, ਜਿਹੜੇ ਸੈਂਕੜਿਆਂ ਘੰਟਿਆਂ ਦੀ ਜਿਹੜੀ ਇੰਟਰਵਿਊਜ਼ ਉਹ ਸਾਹਮਣੇ ਜਿਹੜੀਆਂ ਆਈਆਂ ਸੀਗੀਆਂ। ਕਹਿੰਦੇ ਵੀ ਕੁਛ ਕੇਸ ਤਾਂ ਇੱਕ ਟਾਈਮ ਦੇ ਉੱਤੇ ਪ੍ਰਾਈਵੇਟ ਮੈਸੇਜਿਸ ਵੀ ਜਿਹੜੇ ਸਿਲੀਕਨ ਵੈਲੀ ਦੇ ਲੀਡ ਚੀਫਸ ਆ ਉਹਨਾਂ ਦੇ ਵੀ ਇਸ ਦੇ ਵਿੱਚ ਪੇਸ਼ ਕੀਤੇ ਗਏ ਹੈਗੇ ਆ। ਸੋ ਇਹ ਹੁਣ ਇਹ ਜਿਹੜੇ ਰਿਪਬਲਿਕਨ ਡੇਵਿਡ ਐਨ ਸੀਗੇ, ਉਹਨਾਂ ਨੇ ਰੋਡ ਆਈਲੈਂਡ ਦੇ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਫਾਊਂਡਰਸ ਆ ਉਹਨਾਂ ਨੇ ਕਿਸੇ ਜਿਹੜੇ ਰਾਜੇ ਦੇ ਮੋਹਰੇ ਵੀ ਸਿਰ ਨਹੀਂ ਸੀ ਝੁਕਾਇਆ, ਅਤੇ ਕਹਿੰਦੇ ਨਾ ਹੀ ਅਸੀਂ ਜਿਹੜੇ ਔਨਲਾਈਨ ਇਕੋਨਮੀ ਦੇ ਜਿਹੜੇ ਇਸ ਟਾਈਮ ਰਾਜੇ ਬਣੇ ਬੈਠੇ ਆ, ਅਸੀਂ ਉਹਨਾਂ ਦੇ ਸਾਹਮਣੇ ਜਿਹੜਾ ਉਹ ਸਿਰ ਝੁਕਾਵਾਂਗੇ। ਸੋ ਕਾਫੀ ਜ਼ਿਆਦਾ ਐਕਸਚੇਂਜਿਸ ਜਿਹੜੇ ਆ ਉਹ ਕਿਤੇ ਨਾ ਕਿਤੇ ਰਹੇ ਆ ਵੀ ਇਹਨਾਂ ਦੀ ਵੱਧਦੀ ਜਾ ਰਹੀ ਪਾਵਰ ਆ, ਉਸ ਨੂੰ ਲੈ ਕੇ ਚਿੰਤਾ ਜਿਹੜੀ ਉਹ ਜ਼ਰੂਰ ਪ੍ਰਗਟਾਈ ਆ, ਅਤੇ ਲੋਕਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਵਿਸ਼ਵਾਸ ਜਿਹੜਾ ਘੱਟ ਆ, ਪੋਲੀਟੀਸ਼ੀਅਨਸ ਦੇ ਇਹਨਾਂ ਦੇ ਉੱਤੇ ਵਿਸ਼ਵਾਸ ਜਿਹੜਾ ਘੱਟ ਆ, ਉਹ ਇਸ ਨਾਲ ਗੱਲਾਂ ਬਾਤਾਂ ਦੇ ਵਿੱਚ ਨਜ਼ਰ ਆਇਆ। ਮਰਜਰਸ, ਐਕੁਇਜ਼ੀਸ਼ਨਸ ਦੇ ਜ਼ਰੀਏ ਕਿਸ ਤਰੀਕੇ ਦੇ ਨਾਲ ਇਹ ਕੰਪਨੀਆਂ ਜਿਹੜੀਆਂ ਆਪਣੇ ਕਹਿ ਲਓ ਵੀ ਕੰਪੀਟੀਸ਼ਨ ਨੂੰ ਮਿੱਧ ਰਹੀਆਂ ਨੇ, ਉਸ ਨੂੰ ਲੈ ਕੇ ਵੀ ਜਿਹੜੀਆਂ ਚਰਚਾਵਾਂ ਆ ਉਹ ਸੁਣਨ ਨੂੰ ਮਿਲੀਆਂ ਹੈਗੀਆਂ ਆ। ਅਗਲੀ ਜਿਹੜੀ ਖਬਰ ਆ ਉਹ ਸਟਿਮੂਲਸ ਪੈਕੇਜ ਨੂੰ ਲੈ ਕੇ ਆ। GOP ਉਹਨਾਂ ਨੇ ਆਲਰੇਡੀ ਪਲਾਨ ਵੀ ਕਹਿੰਦੇ ਤਿਆਰ ਕਰ ਲਈ ਆ, ਕਿਉਂਕਿ ਪਿਛਲੇ ਹਫ਼ਤੇ ਤੋਂ ਲਗਾਤਾਰ ਟ੍ਰੇਜਰ ਸੈਕਟਰੀ ਜਿਹੜੇ ਹੈਗੇ ਆ ਸਟੀਵਨ ਮਨੂਚਿਨ ਅਤੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡੋਜ਼, ਉਹ ਜਿਹੜੇ ਆ ਹਾਊਸ ਸਪੀਕਰ ਨੈਂਸੀ ਪਲੋਸੀ ਅਤੇ ਮਿਨੋਰਿਟੀ ਲੀਡਰ ਚਾਰਲਸ ਸ਼ੂਮਰ ਦੇ ਨਾਲ ਮਿਲ ਰਹੇ ਸੀ, ਅਤੇ ਉਹ ਕਹਿੰਦੇ ਵੀ ਜਿਹੜੀ ਸਾਡੀ ਡੀਲ ਆ ਕੋਈ ਲੱਗਦਾ ਨਹੀਂ ਵੀ ਇਹ ਬਹੁਤ ਕਲੋਜ਼ ਹੈਗੀ ਆ, ਬਹੁਤ ਡਿਫਰੈਂਸ ਦੇ ਉੱਤੇ ਹੈਗੇ ਆ। ਸੋ ਪਲਾਨ B ਦੇ ਮੁਤਾਬਕ ਹੋ ਸਕਦਾ ਕੁਛ ਕੁ ਇਸ਼ੂ ਦੇ ਉੱਤੇ ਉਹ ਕਹਿੰਦੇ ਆ ਵੀ ਇਹਨੂੰ ਕੰਪਲੀਟ ਕੀਤੇ ਤੋਂ ਬਿਨਾਂ ਹੀ ਜਿਹੜੇ ਆ ਐਕਸਟੈਂਡ ਕਰ ਦਿੱਤੇ ਜਾਣ। ਪ੍ਰੈਜ਼ੀਡੈਂਟ ਟਰੰਪ ਸ਼ਾਰਟ ਟਰਮ ਅਨਪਲਾਇਮੈਂਟ ਇੰਸ਼ੋਰੈਂਸ ਦੇ ਲਈ ਅਤੇ ਅਵਿਕਸ਼ਨ ਮੋਰਾਟੋਰੀਅਮ ਦੇ ਲਈ ਜਿਹੜਾ ਪੁਸ਼ ਕਰ ਰਹੇ ਆ, ਜਿਹੜਾ $600 ਵਾਲਾ, ਕਿਉਂਕਿ ਉਹ ਤਾਂ 31 ਤਰੀਕ ਨੂੰ ਖਤਮ ਹੋ ਜਾਣਾ। ਸੋ ਉਸ ਨੂੰ ਐਕਸਟੈਂਡ ਕਰਨ ਦੇ ਲਈ ਕਿੰਨਾ ਅਮਾਊਂਟ ਹੋਣਾ ਆ, ਅਤੇ ਅਵਿਕਸ਼ਨ ਮੋਰਾਟੋਰੀਅਮ ਦੇ ਦੋ ਚੀਜ਼ਾਂ ਦੇ ਉੱਤੇ ਜਿਹੜਾ ਇਹ ਵਰਕਆਊਟ ਕਰ ਰਹੇ ਹੈਗੇ ਆ, ਕਿਉਂਕਿ ਅਗਸਤ 7 ਨੂੰ ਕਾਂਗਰਸ ਨੇ ਫਿਰ 5 ਹਫ਼ਤਿਆਂ ਲਈ ਛੁੱਟੀ 'ਤੇ ਚਲੇ ਜਾਣਾ ਹੈ। ਵਿਹਲੇ ਆ, ਛੁੱਟੀਆਂ ਜਿਹੜੇ ਕਰੀ ਰੱਖਦੇ, ਕੰਮ ਕੋਈ ਕਰਦੇ ਨਹੀਂ। ਆਪਾਂ ਜਿੱਦਣ ਤੋਂ ਇਹ ਆਏ ਸੀ
ਉਦਣ ਹੀ ਇਹੀ ਕਿਹਾ ਸੀ। ਅਚੰਭੇ ਵਾਲੀ ਗੱਲ ਇਹ ਹੋਣੀ ਆ ਵੀ ਜੇ ਵਾਕਿਆ ਹੀ ਇੱਕ ਦੋ ਇਸ ਹਫ਼ਤੇ ਦੇ ਵਿੱਚ ਕੋਈ ਸੋਲਿਊਸ਼ਨ ਜਿਹੜਾ ਉਹ ਲੱਭ ਲੈਂਦੇ ਆ, ਤੇ ਪਰ ਵਾਕਿਆ ਹੀ ਉਹੀ ਹੋਇਆ ਜੋ ਇਹਨਾਂ ਦੀਆਂ ਸ਼ੁਰੂ ਤੋਂ ਕਰਤੂਤਾਂ ਜਿਹੜੀਆਂ ਪੋਲੀਟੀਸ਼ਨਾਂ ਦੀਆਂ ਰਹੀਆਂ ਆ। ਕੋਈ ਵੀ ਇੱਕ ਸੁਰਤਾ ਜਿਹੜੀ ਇਹਨਾਂ ਨੂੰ ਨਜ਼ਰ ਜਿਹੜੀ ਨਹੀਂ ਆ ਰਹੀ। ਲੋਕਾਂ ਦੇ ਜਿਹੜੇ ਆ ਪੱਤੇ ਵਿਕੇ ਹੋਏ ਆ, ਤੇ ਆਪਸ ਦੇ ਵਿੱਚ ਆ ਸਾਨੂੰ ਆਹ ਚਾਹੀਦਾ, ਅਸੀਂ ਆਹ ਵਿੱਚ ਕਰਨਾ, ਵਿੱਚ ਹੀ ਜਹਾਜ਼, ਵਿੱਚ ਹੀ ਪੈਂਟਾਗਨ, ਵਿੱਚ ਹੀ ਸਾਰਾ ਕੁਛ ਜਿਹੜਾ ਆ ਉਹ ਇਹਨਾਂ ਨੇ ਘੜੀਸੀ ਜਿਹੜਾ ਫਿਰਿਆ ਹੋਇਆ ਆ। ਸੋ ਹਾਲਾਤ ਕੋਈ ਬਹੁਤੇ ਜਿਹੜੇ ਚੰਗੇ ਨਜ਼ਰ ਨਹੀਂ ਆ ਰਹੇ। ਸੋ ਰਾਈਟ ਨਾਓ ਇਹਨਾਂ ਦੋਨਾਂ ਪਾਰਟੀਆਂ ਦੇ ਦਰਮਿਆਨ ਇੰਪਾਸ ਜਿਹਨੂੰ ਆਖ ਦਿੱਤਾ ਜਾਂਦਾ ਆ ਵੀ ਇੱਕ ਹਿਸਾਬ ਦੇ ਨਾਲ ਗੱਲਬਾਤ ਜਿਹੜੀ ਆ ਉਹ ਰੁਕੀ ਆ। ਮਾਰਕ ਮੇਡੋਜ਼ ਨੇ ਤਾਂ ਇਹ ਵੀ ਆਖਿਆ ਵੀ ਜਿਹੜੇ ਨੈਂਸੀ ਪਲੋਸੀ ਆ ਡੈਮੋਕ੍ਰੇਟ ਪਾਰਟੀ ਵੱਲੋਂ, ਉਹਨਾਂ ਨੇ ਗੋਲ ਪੋਸਟ ਆ ਉਸ ਨੂੰ ਜਾਣ ਬੁੱਝ ਕੇ ਜਿਹੜਾ ਉਹ ਮੂਵ ਕਰ ਦਿੱਤਾ ਆ। ਵੀ ਪਹਿਲੋਂ ਇੱਕ ਸੁਰਤਾ ਜਿਹੜੀ ਦਿਖਾਈ, ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਇੱਕ ਹਿਸਾਬ ਦੇ ਨਾਲ ਮਿਸ਼ਨ ਜਿਹਾ ਉਹ ਚੇਂਜ ਕਰ ਦਿੱਤਾ ਹੈ। ਸੋ ਫੈਡਰਲ ਜਿਹੜਾ $600 ਸੀ ਉਹਦੀ ਜਗ੍ਹਾ ਤੇ ਜਿਹੜੀ GOP ਆ ਉਹ $200 ਨੂੰ ਮੰਨ ਰਹੇ ਸੀ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ 70% ਵੇਜ ਰਿਪਲੇਸਮੈਂਟ ਹੋਣੀ ਚਾਹੀਦੀ ਆ। ਜਿਹੜੀਆਂ ਸਟੇਟਸ ਨੂੰ ਫਿਕਸ ਕਰਨਾ ਪਊਗਾ। ਕਹਿੰਦੇ ਜੇ ਇਹ ਹੋ ਸਕਦਾ ਪਈ 6 ਤੋਂ ਲੈ ਕੇ 18 ਹਫ਼ਤਿਆਂ ਤੱਕ ਇਹ ਲੱਗ ਜਾ ਕਈ ਸਟੇਟਾਂ ਨੂੰ ਫਿਕਸ ਕਰਨ ਦੇ ਲਈ। ਜੀ ਆਪਾਂ ਦੇਖਿਆ ਹੀ ਆ ਵੀ ਜਦੋਂ ਜਿਹੜਾ 600 ਵੀ ਜਦੋਂ ਦੇਣਾ ਸੀ ਉਸ ਨੂੰ ਵੀ ਕਾਫੀ ਜਿਹੜੀਆਂ ਅੜਚਣਾਂ ਆਈਆਂ ਸੀ। ਕਈ ਲੋਕ ਤਾਂ ਅਜੇ ਤੱਕ ਪਰੇਸ਼ਾਨ ਨੇ EDD ਨੂੰ ਜਿਹੜੀਆਂ ਉਹ ਲੈ ਕੇ ਵੀ ਉਹਨਾਂ ਨੂੰ ਜਿਹੜਾ ਕੁਛ ਮਿਲ ਨਹੀਂ ਰਿਹਾ। ਉੱਧਰ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਹੋਰ ਖਬਰਾਂ ਦੇ ਵਿੱਚ ਹਰਜੋਤ ਸਿੰਘ ਜੀ, ਸਟਿਮੂਲਸ ਚੈੱਕ ਤੋਂ ਇਲਾਵਾ, ਪੈਕੇਜ ਤੋਂ ਇਲਾਵਾ ਮੌਤਾਂ ਦੀ ਸੰਖਿਆ ਲਗਾਤਾਰ ਜਿਹੜੀ ਦਿਨ ਬ ਦਿਨ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਰਿਕਾਰਡ ਤੋੜ ਨਵੀਆਂ ਜਿਹੜੀਆਂ ਮੌਤਾਂ ਫਲੋਰੀਡਾ, ਕੈਲੀਫੋਰਨੀਆ, ਨਾਰਥ ਕੈਰੋਲੀਨਾ ਦੇ ਵਿੱਚ ਜਿਹੜੀਆਂ ਇੱਕ ਦਿਨ ਦੇ ਵਿੱਚ ਉਹ ਦੱਸੀਆਂ ਗਈਆਂ ਹੈਗੀਆਂ ਨੇ। ਇਹ ਇੱਕ ਚਿੰਤਾ ਦਾ ਜਿਹੜਾ ਉਹ ਵਿਸ਼ਾ ਆ। ਅੱਜ ਇੱਕ ਵਾਰੀ ਫਿਰ ਜਿਹੜੀਆਂ 66,000 ਤੋਂ 67,000 ਤੱਕ ਦੇ ਤਕਰੀਬਨ ਨਵੇਂ ਕੇਸ USA ਦੇ ਵਿੱਚ ਆਏ ਹੈਗੇ ਆ, ਤੇ 1400 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਨੋਟ ਕੀਤੀਆਂ ਗਈਆਂ। ਇਸੇ ਤਰੀਕੇ ਦੇ ਨਾਲ ਬ੍ਰਾਜ਼ੀਲ ਦੇ ਵਿੱਚ ਵੀ 70,000 ਤੋਂ ਵੱਧ ਨਵੇਂ ਕੇਸ ਤੇ 1500 ਤੋਂ ਵੱਧ ਮੌਤਾਂ। ਭਾਰਤ ਵੀ ਜਿਹੜਾ ਤੀਜੇ ਨੰਬਰ 'ਤੇ ਆ, 52,000 ਤੋਂ ਵੱਧ ਮੌਤਾਂ 52,000 ਤੋਂ ਵੱਧ ਕੇਸ ਤੇ 750 ਤੋਂ ਵੱਧ, ਪੌਣੇ 800 ਮੌਤਾਂ ਜਿਹੜੀਆਂ ਆ ਉਹ ਇੱਕ ਦਿਨ ਦੇ ਵਿੱਚ ਉਹਨਾਂ ਨੇ ਜਿਹੜੀਆਂ ਰਿਕਾਰਡ ਕੀਤੀਆਂ ਆ। ਸੋ ਟੈਨਸ਼ਨ ਜਿਹੜੀ ਹੈ ਇਸ ਟਾਈਮ ਇਸ ਨੂੰ ਲੈ ਕੇ ਵਧੀ ਆ। ਉੱਧਰ ਉਹਨਾਂ ਨੇ ਅਨਲੌਕ ਜਿਹੜੇ ਉਹ ਕਰਨਾ ਸ਼ੁਰੂ ਕਰ ਦਿੱਤਾ ਆ, ਪਰ ਇਹ ਕਰੋਨਾ ਵਾਇਰਸ ਹਾਲ ਦੀ ਘੜੀ ਕਹਿ ਨਹੀਂ ਸਕਦੇ ਵੀ ਆਪਾਂ ਪੂਰੀ ਤਰ੍ਹਾਂ ਜਿਹੜਾ ਉਹ ਕਾਬੂ ਦੇ ਵਿੱਚ ਹੈਗਾ ਆ। ਪੂਰੇ USA ਦੇ ਵਿੱਚ 1.5 ਲੱਖ ਤੋਂ ਉੱਪਰ ਲੋਕਾਂ ਦੀ ਮੌਤ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀ ਆ। ਫਲੋਰੀਡਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 217 ਮੌਤਾਂ ਹੋ ਚੁੱਕੀਆਂ ਆ। 9446 ਕੇਸ ਨਵੇਂ ਆਏ ਹੈਗੇ। ਹੁਣ ਫਲੋਰੀਡਾ ਸਟੇਟ ਕੈਲੀਫੋਰਨੀਆ ਤੋਂ ਪਿੱਛੇ ਆ ਗਈ ਹੈਗੀ ਆ। ਕੈਲੀਫੋਰਨੀਆ ਦੇ ਵਿੱਚ 4,51,000 ਲੋਕ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਹੈਗੇ ਆ। ਫਲੋਰੀਡਾ ਦੇ ਵਿੱਚ 6457 ਜਿਹੜੀਆਂ ਮੌਤਾਂ ਹੋ ਚੁੱਕੀਆਂ ਹੈਗੀਆਂ ਆ। ਅਰਕਨਸਾ, ਕੈਲੀਫੋਰਨੀਆ, ਮੋਂਟਾਨਾ, ਓਰੀਗਨ ਤੇ ਟੈਕਸਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸਪਾਈਕ ਆ ਕਰੋਨਾ ਵਾਇਰਸ ਦੀ ਫੈਟੈਲਿਟੀਜ਼ ਦਾ ਹੋ ਰਿਹਾ ਹੈਗਾ। ਨਿਊਯਾਰਕ ਨੂੰ ਫਲੋਰੀਡਾ ਜਿਹੜਾ ਉਹ ਪਾਰ ਕਰ ਗਿਆ। 4.5 ਲੱਖ ਤੋਂ ਵੱਧ ਕੇਸ ਜਿਹੜੇ ਆ ਉੱਥੇ ਇਸ ਟਾਈਮ ਹੋ ਚੁੱਕੇ ਹੋਏ ਨੇ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਉਹਨਾਂ ਦੇ ਲਈ ਬਣਿਆ ਹੋਇਆ ਆ। ਫੈਡਰਲ ਰਿਜ਼ਰਵ ਨੇ ਜਿਹੜੀ ਆ ਉਹ ਉਹਨਾਂ ਨੇ ਕਿਹਾ ਵੀ ਜਿਹੜੇ ਕਰੋਨਾ ਵਾਇਰਸ ਦੇ ਨੰਬਰ ਮੁੜ ਦੁਬਾਰਾ ਵੱਧ ਰਹੇ ਆ, ਉਹ ਕਹਿੰਦੇ ਵੀ ਲੱਗਦਾ ਆ ਵੀ ਇਕਨੋਮਿਕ ਰਿਕਵਰੀ ਆ ਉਸ ਨੂੰ ਫੇਰ ਜਿਹੜਾ ਉਹ ਸਲੋ ਡਾਊਨ ਉਹਨਾਂ ਨੇ ਕਰ ਦਿੱਤਾ ਹੈਗਾ ਆ। ਸੋ ਇਸ ਦਾ ਅਸਰ ਵੀ ਆਪਾਂ ਜਿਹੜਾ ਆ ਉਹ ਲੱਗਦਾ ਹੈ ਵੀ ਇਕੋਨਮੀ ਦੇ ਉੱਤੇ ਜਿਹੜਾ ਉਹ ਪੈ ਸਕਦਾ ਹੈ, ਕਿਉਂਕਿ ਚੀਜ਼ਾਂ ਖੁੱਲ੍ਹਣੀਆਂ ਸੀ ਉਹ ਮੁੜ ਦੁਬਾਰਾ ਬੰਦ ਹੋ ਰਹੀਆਂ ਆ। ਉਧਰ ਐਲਬਾਮਾ ਸੈਨੇਟ ਦੇ ਕੈਂਡੀਡੇਟ ਟੌਮੀ ਟਬਰਵੈਲ ਰਿਪਬਲਿਕਨ ਪਾਰਟੀ ਵੱਲੋਂ ਉਹਨਾਂ ਨੇ ਡਿਸਟ੍ਰਿਕਟ ਆਫ ਕੋਲੰਬੀਆ DC ਦੇ ਜਿਹੜੇ ਵਿਜ਼ਿਟਰ ਨੂੰ ਲੈ ਕੇ ਆਦੇਸ਼ ਹੈਗੇ ਆ ਵੀ ਜਿਹੜਾ ਵੀ ਕੋਈ ਅਜਿਹੇ ਸੂਬਿਆਂ ਤੋਂ ਆ ਰਿਹਾ ਜਿੱਥੇ ਜ਼ਿਆਦਾ ਕੇਸ ਨੇ ਉੱਥੇ ਉਹਨਾਂ ਨੂੰ 14 ਦਿਨਾਂ ਦੇ ਲਈ ਕੁਆਰੰਟੀਨ ਕਰਨਾ ਚਾਹੀਦਾ ਆ। ਉਹਨਾਂ ਨੇ ਆਦੇਸ਼ ਨੂੰ ਨਾ ਮੰਨਦੇ ਹੋਏ ਕਹਿੰਦੇ ਵੀ ਉਹਨਾਂ ਨੇ ਫੇਸ ਟੂ ਫੇਸ ਮੀਟਿੰਗਸ ਜਿਹੜੀਆਂ DC ਦੇ ਵਿੱਚ ਤੇ ਫੰਡ ਰੇਜ਼ ਜਿਹੜੇ ਆ ਉਹ ਵੀ ਕੀਤੇ ਹੈਗੇ ਆ। ਅਗਲੀ ਖਬਰ ਜਿਹੜੀ ਆ ਰਹੀ ਆ, ਪ੍ਰੈਜ਼ੀਡੈਂਟ ਟਰੰਪ ਨੇ ਅੱਜ ਕਿਹਾ ਆ ਵੀ ਜੋ ਬਾਈਡਨ ਦੀ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਕਮਲਾ ਹੈਰਿਸ ਗੁੱਡ ਚੁਆਇਸ ਹੋਊਗੀ। ਇਹ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਹੈਗਾ। ਪਰ ਦੂਸਰੇ ਪਾਸੇ ਕਮਲਾ ਹੈਰਿਸ ਦਾ ਕਾਫੀ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਆ। ਕੁਛ ਜੋ ਬਾਈਡਨ ਦੇ ਜਿਹੜੇ ਐਲੀਜ਼ ਜਿਹੜੇ ਹੈਗੇ ਆ ਸਪੋਰਟਰਸ ਆ, ਉਹ ਕਮਲਾ ਹੈਰਿਸ ਨੂੰ ਉਹਦੇ ਹੱਕ ਦੇ ਵਿੱਚ ਨਹੀਂ ਹੈਗੇ ਵੀ ਉਹ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਹੋਵੇ, ਖਾਸ ਕਰਕੇ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟ ਹੈਗੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜਾ ਆਪਾਂ ਸਵੇਰੇ ਦੱਸਦੇ ਸੀ ਵੀ ਟੈਕਸਸ ਦੇ ਜਿਹੜੇ ਲੂਈ ਗਵਰਨਮੈਂਟ ਜਿਹੜੇ ਕਿ ਮਾਸਕ ਤੋਂ ਬਗੈਰ ਹੀ ਕੈਪੀਟਲ ਦੇ ਵਿੱਚ ਜ਼ਿਆਦਾਤਰ ਰਹਿੰਦੇ ਸੀਗੇ,
ਹੋਰ ਵੀ ਕਈ ਜਿਹੜੇ ਵੱਡੇ ਲੀਡਰਸ ਆ ਉਹਨਾਂ ਦੇ ਇਰਦ ਗਿਰਦ ਰਹੇ ਨੇ, ਉਹ ਟੈਸਟ ਹੋਇਆ ਸੀ, ਉਹਨਾਂ ਦਾ ਪੋਜ਼ੀਟਿਵ ਆਇਆ ਸੀ ਕੋਵਿਡ-19 ਨੂੰ ਲੈ ਕੇ। ਅਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਗਿਆ ਵੀ ਅਟਾਰਨੀ ਜਨਰਲ ਵਿਲੀਅਮ ਬਾਰ ਦੇ ਵੀ ਬਹੁਤ ਕਰੀਬ ਰਹੇ ਸੀਗੇ ਜਿਹੜੀ ਹੀਅਰਿੰਗ ਹੋਈ ਸੀ ਮੰਗਲਵਾਰ ਨੂੰ, ਪਰ ਜਿਹੜੇ ਵਿਲੀਅਮ ਬਾਰ ਨੇ ਅਟਾਰਨੀ ਜਨਰਲ, ਉਹਨਾਂ ਦਾ ਟੈਸਟ ਜਿਹੜਾ ਉਹ ਨੈਗੇਟਿਵ ਆਇਆ ਹੈਗਾ ਆ। ਉਧਰ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਆ, ਉਹ ਕਹਿੰਦੇ ਵੀ ਰਿਕਵਾਇਰ ਕਰ ਰਹੀ ਆ ਵੀ ਸਾਰੇ ਲਾਅ ਮੇਕਰਸ ਆ ਹਾਊਸ ਫਲੋਰ ਦੇ ਉੱਤੇ ਵੀ ਜਿਹੜਾ ਆ ਉਹ ਮਾਸਕ ਪਾ ਕੇ ਆਉਣ। ਅਗਲੀ ਖਬਰ ਮਿਨੇਐਪਲਸ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਇੱਕ ਅੰਬਰੇਲਾ ਮੈਨ ਕਰਕੇ ਬੰਦਾ ਕਾਫੀ ਮਸ਼ਹੂਰ ਹੋਇਆ ਸੀ। ਇਹ ਵਾਈਟ ਸੁਪਰਾਮਿਸਟ ਹੈਗਾ ਆ, ਜਿਸ ਦੀਆਂ ਪਿਕਚਰਸ ਆ ਰਹੀਆਂ, ਕਹਿੰਦੇ ਵੀ ਇਸ ਨੇ ਕਾਫੀ ਜਗ੍ਹਾ 'ਤੇ ਜਿਹੜੀਆਂ ਬਿਲਡਿੰਗ ਸੀਗੀਆਂ ਉਹਨਾਂ ਦੀਆਂ ਵਿੰਡੋਜ਼ ਸਮੈਸ਼ ਕੀਤੀਆਂ ਸੀਗੀਆਂ ਅਤੇ ਅੱਗ ਲਾਉਣ ਦੀ ਵੀ ਜਿਹੜੀ ਆ ਖਬਰ ਆ ਰਹੀ ਹੈਗੀ ਆ। ਇਹ ਉਹੀ ਬੰਦਾ ਸੀ ਜਿਹਦੇ ਕਰਕੇ ਬਲੈਕ ਲਾਈਵ ਮੈਟਰ ਦੇ ਜਿਹੜੇ ਪ੍ਰੋਟੈਸਟ ਸੀ ਉਹਨਾਂ ਨੂੰ ਲੋਕ ਜਿਹੜੇ ਰਾਈਟਰ ਜਿਹੜੇ ਉਹ ਕਹਿ ਰਹੇ ਸੀਗੇ, ਪਰ ਇਹ ਚਿੱਟੇ ਮੂਲ ਦਾ ਅੱਤਵਾਦੀ ਸੀਗਾ ਜਿਸ ਨੇ ਜਾਣਬੁੱਝ ਕੇ ਪ੍ਰੋਟੈਸਟ ਦੇ ਵਿੱਚ ਗਿਣੀ ਮੱਥੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਟੈਸਟ ਨੂੰ ਜਿਹੜਾ ਆ ਗੰਦਾ ਨਾਮ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਸੀਗੀ। ਉਧਰ ਡੈਮੋਕ੍ਰੇਟ ਲਾਅ ਮੇਕਰ ਹੁਣ ਜਿਹੜੀ ਏਵੀਏਸ਼ਨ ਕੰਪਨੀਆਂ ਆ ਉਹਨਾਂ ਦੇ ਦੁਆਲੇ ਹੋਣ ਨੂੰ ਫਿਰਦੇ ਆ। ਕਹਿੰਦੇ ਵੀ ਕੇਅਰਸ ਐਕਟ ਦੇ ਤਹਿਤ ਤੁਸੀਂ ਮਿਲੀਅਨਸ ਆਫ ਡਾਲਰ, ਤਕਰੀਬਨ $500 ਮਿਲੀਅਨ ਫੈਡਰਲ ਫੰਡਸ ਦੇ 4 ਕੰਪਨੀਆਂ ਨੂੰ ਜਿਹੜੇ ਆ ਉਹ ਗਏ ਸੀ ਵੀ ਆਪਣੇ ਜਿਹੜੇ ਵਰਕਰਸ ਆ ਉਹਨਾਂ ਨੂੰ ਨਹੀਂ ਕੱਢਣਗੇ, ਪਰ ਉਸ ਦੇ ਬਾਵਜੂਦ ਉਹਨਾਂ ਨੇ 7500 ਤੋਂ ਵੱਧ ਵਰਕਰਸ ਜਿਹੜੇ ਆ ਉਹ ਲੇ ਆਫ ਕਰ ਦਿੱਤੇ ਆ। ਹਾਊਸ ਸਿਲੈਕਟ ਸਬ ਕਮੇਟੀ ਜਿਹੜੀ ਕਰੋਨਾ ਵਾਇਰਸ ਕ੍ਰਾਈਸਿਸ ਦੇ ਉੱਤੇ ਹੈਗੀ ਆ, ਉਹਨਾਂ ਨੇ ਇਸ ਅਧਿਐਨ ਦੇ ਵਿੱਚ ਐਨਾਲਿਸਿਸ ਦੇ ਵਿੱਚ ਇਹ ਚੀਜ਼ ਪਾਈ ਆ। ਆਈ ਥਿੰਕ ਅਜਿਹੀਆਂ ਕੰਪਨੀਆਂ ਤੋਂ ਫਿਰ ਪੈਸੇ ਜਿਹੜੇ ਆ ਫੈਡਰਲ ਇਹ ਜਿਹੜੀ ਮਨੀ ਆ ਅਤੇ ਲੋਕਾਂ ਦੀ ਟੈਕਸ ਪੇਅਰ ਮਨੀ ਆ ਉਹ ਵਾਪਸ ਲੈ ਲੈਣੀ ਚਾਹੀਦੀ ਆ ਵੀ ਜੇ ਤੁਸੀਂ ਲੋਕਾਂ ਨੂੰ ਕੰਮ 'ਤੇ ਰੱਖਣਾ ਹੀ ਨਹੀਂ ਆ ਅਤੇ ਫਿਰ ਤੁਸੀਂ ਪੈਸੇ ਕਿਹੜੇ ਮੂੰਹ ਨੂੰ ਜਿਹੜੇ ਡਾਲਰ ਜਿਹੜੇ ਉਹ ਲਏ ਆ, ਅਤੇ ਇਹ ਮਾੜੀ ਗੱਲ ਆ ਅਤੇ ਆਉਣ ਵਾਲੇ ਸਮੇਂ ਦੇ ਲਈ ਫਿਰ ਦੂਜੀਆਂ ਕੰਪਨੀਆਂ ਦੇ ਲਈ ਗਲਤ ਪ੍ਰੈਸੀਡੈਂਟ ਜਿਹੜਾ ਉਹ ਸਾਬਤ ਹੁੰਦਾ ਆ। ਅਗਲੀ ਖਬਰ ਹਾਂਗਕਾਂਗ ਤੋਂ ਆ ਰਹੀ ਹੈ, ਜਿੱਥੇ ਕਿ ਉਹਨਾਂ ਨੇ ਆਪਣਾ ਨਵਾਂ ਨੈਸ਼ਨਲ ਸਿਕਿਉਰਿਟੀ ਲਾਅ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਆ। ਉਹਦੇ ਵਿੱਚ 16 ਸਾਲ ਤੋਂ ਲੈ ਕੇ 21 ਸਾਲ ਦੇ ਕਈ ਜਿਹੜੇ ਨੌਜਵਾਨ ਆ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ। ਹਾਂਗਕਾਂਗ ਦੇ ਸਟੂਡੈਂਟਸ ਨੂੰ ਸਸਪੀਸ਼ਨ ਦੇ ਚਾਰਜਸ ਦੇ ਉੱਤੇ ਅਰੈਸਟ ਕੀਤਾ ਹੈ, ਕਿਉਂਕਿ ਕਹਿੰਦੇ ਵੀ ਉਹ ਇੱਕ ਤਰ੍ਹਾਂ ਨਾਲ ਸੀਸੈਸ਼ਨ ਜਿਹੜਾ ਹਾਂਗਕਾਂਗ ਤੋਂ ਅਲੱਗ ਹੋਣਾ ਚਾਹੁੰਦੇ ਹੈਗੇ ਆ। ਜੀ, ਫਲੋਰੀਡਾ ਦੇ ਜਿਹੜੇ ਸਟੇਟ ਦੇ ਦੁਆਰਾ ਕਰੋਨਾ ਵਾਇਰਸ ਟੈਸਟਿੰਗ ਸਾਈਟ ਸੀਗੀਆਂ ਉਹ ਵੀਕਐਂਡ ਦੇ ਉੱਤੇ ਜਿਹੜੀਆਂ ਉਹ ਬੰਦ ਰਹਿਣਗੀਆਂ। ਉਸ ਦੇ ਪਿੱਛੇ ਕਾਰਨ ਇਹ ਹੈਗਾ ਵੀ ਜਿਹੜੇ ਕੈਰੇਬੀਅਨ ਦੇ ਵਿੱਚੋਂ ਆ ਰਿਹਾ ਇੱਕ ਟ੍ਰੋਪੀਕਲ ਸਾਈਕਲੋਨ, ਉਸ ਦੇ ਕਰਕੇ ਜਿਹੜਾ ਇਹਨਾਂ ਨੂੰ ਬੰਦ ਕਰਨਾ ਜਿਹੜਾ ਉਹ ਪੈ ਰਿਹਾ ਆ। ਫਲੋਰੀਡਾ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਉਹਨਾਂ ਨੇ ਆਦੇਸ਼ ਦਿੱਤੇ ਆ ਵੀ ਜਿੰਨੇ ਵੀ ਸੂਬੇ ਦੇ ਜਿਹੜੇ ਜੀ ਸਹਿਯੋਗ ਦੇ ਨਾਲ ਚੱਲ ਰਹੇ ਡਰਾਈਵ ਥਰੂ ਅਤੇ ਵਾਕਅਪ ਕਰੋਨਾ ਵਾਇਰਸ ਟੈਸਟ ਸਾਈਟਸ ਆ ਉਹ ਵੀਰਵਾਰ 5 ਵਜੇ ਤੋਂ ਜਿਹੜੇ ਉਹ ਬੰਦ ਰਹਿਣਗੇ ਇਸ ਜਿਹੜੇ ਵੀਕਐਂਡ ਤੱਕ, ਅਤੇ 50 ਸਾਈਟਸ ਜਿਹੜੀਆਂ ਕੁੱਲ ਜਿਹੜੇ ਸੂਬੇ ਦੇ ਵਿੱਚ ਆਉਂਦੇ ਅਗਲੇ ਜਿਹੜੇ ਮੰਗਲਵਾਰ ਤੋਂ ਮੁੜ ਦੁਬਾਰਾ ਜਿਹੜਾ ਉਹ ਰੀਓਪਨ ਹੋਣਗੀਆਂ। ਸੋ ਟੈਸਟਿੰਗ ਜਿਹੜੀ ਆ ਕਹਿੰਦੇ ਟੈਕਸਸ ਦੇ ਵਿੱਚ ਵੀ ਉੱਥੇ ਹਰੀਕੇਨ ਹੈਨਾ ਦੇ ਕਰਕੇ ਜਿਹੜੀ ਆ ਉਹ ਸਲੋ ਹੋਈ ਸੀਗੀ, ਅਤੇ ਹੁਣ ਕਹਿੰਦੇ ਵੀ ਇਸ 6 ਅਗਲੇ ਦਿਨਾਂ ਦੇ ਲਈ ਜੇ ਹੁਣ ਟੈਸਟਿੰਗ ਉੱਥੇ ਵੀ ਬਹੁਤ ਜ਼ਿਆਦਾ ਘੱਟ ਹੋਊਗੀ, ਹੋ ਸਕਦਾ ਨੰਬਰ ਜਿਹੜੇ ਉਹ ਘੱਟ ਆਉਣ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਲੋਕਾਂ ਨੂੰ ਕਰੋਨਾ ਵਾਇਰਸ ਜਿਹੜਾ ਆ ਉਹ ਨਹੀਂ ਹੈਗਾ। ਸੋ ਇਹ ਬਹਾਨਾ ਜਿਹੜਾ ਜਿਹੜੇ ਰੌਨ ਡੀਸੈਂਟਸ ਆ ਉਹ ਜ਼ਰੂਰ ਲਾ ਸਕਦੇ ਆ ਵੀ ਦੇਖੋ ਜੀ ਹੁਣ ਤਾਂ ਨੰਬਰ ਘੱਟ ਗਏ, ਆਪਾਂ ਦੁਬਾਰਾ ਸਭ ਕੁਝ ਖੋਲ੍ਹ ਦਈਏ, ਪਰ ਆਈ ਥਿੰਕ ਧਿਆਨ ਜਿਹੜਾ ਇਹਨਾਂ ਨੂੰ ਜ਼ਰੂਰ ਰੱਖਣਾ ਚਾਹੀਦਾ, ਇਹ ਨਾ ਹੋਵੇ ਦੋਹਰੀ ਮਾਰ ਜਿਹੜੀ ਲੋਕਾਂ ਨੂੰ ਪੈ ਜਾਵੇ, ਇੱਕ ਪਾਸੇ ਸਾਈਕਲੋਨ ਅਤੇ ਦੂਜੇ ਪਾਸੇ ਕਰੋਨਾ ਵਾਇਰਸ। ਅਗਲੀ ਖਬਰ ਟੀਚਰਸ ਨੂੰ ਲੈ ਕੇ ਆ। ਟੀਚਰਸ ਦੀ ਯੂਨੀਅਨ ਜਿਹਦੇ ਕਹਿੰਦੇ ਪਈ 1.7 ਮਿਲੀਅਨ ਦੇ ਕਰੀਬ ਮੈਂਬਰਸ ਹੈਗੇ ਆ। ਅੱਜ ਐਰੀਜ਼ੋਨਾ, ਫਲੋਰੀਡਾ ਅਤੇ ਟੈਕਸਸ ਦੀ ਜਿਹੜੀ ਟੀਚਰ ਯੂਨੀਅਨ ਆ, ਉਹਨਾਂ ਦੇ ਪ੍ਰੈਜ਼ੀਡੈਂਟ ਰੈਂਡੀ ਵੀਨਗਾਰਟਨ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਹੜਤਾਲ ਕਰਨ ਜਾ ਸਕਦੇ ਹੈਗੇ ਆ ਜੇ ਸਾਨੂੰ ਪ੍ਰੈਸ਼ਰ ਕੀਤਾ ਗਿਆ ਲੋਕਲ ਲੀਡਰਸ ਵੱਲੋਂ ਵੀ ਜਿਹੜੇ ਸਕੂਲ ਖੋਲ੍ਹੋ ਉਹਨਾਂ ਏਰੀਆ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਿਸ ਦੀ ਗਿਣਤੀ ਵੱਧ ਰਹੀ ਹੈਗੀ ਆ, ਅਤੇ ਅਸੀਂ ਸਕੂਲ ਖੋਲ੍ਹਣ ਲਈ ਨਹੀਂ ਮਜਬੂਰ ਹੋਵਾਂਗੇ, ਅਤੇ ਸਾਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਪੈਣਾ ਅਤੇ ਨਾਲ ਦੀ ਨਾਲ ਬੱਚਿਆਂ ਦਾ ਵੀ। ਸੋ ਸਟ੍ਰਾਈਕ ਕਹਿੰਦੇ ਕਾਫੀ ਵੱਡੀ ਇਹ ਇਹਨਾਂ ਸਟੇਟਾਂ 'ਚ ਹੋ ਸਕਦੀ ਆ। ਜੀ, ਜਿਹੜਾ ਹਰਜੋਤ ਸਿੰਘ ਜੀ ਇਸਲਾਮ ਧਰਮ ਦੇ ਵਿੱਚ ਜਿਹੜਾ ਹੱਜ ਆ ਉਸ ਨੂੰ ਬੜੀ ਪਵਿੱਤਰ ਦਰਜਾ ਜਿਹੜਾ ਉਹ ਮਿਲਦਾ ਆ। ਲੱਖਾਂ ਦੀ ਸੰਖਿਆ ਦੇ ਵਿੱਚ ਸਾਊਦੀ ਦੇ ਮੱਕਾ ਅਤੇ ਮਦੀਨਾ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਆ ਦੁਨੀਆ ਭਰ ਤੋਂ ਇਕੱਤਰ ਹੁੰਦੇ ਆ ਉੱਥੇ ਜਿਹੜੇ ਨਤਮਸਤਕ ਹੋਣ ਦੇ ਲਈ, ਪਰ ਇਸ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਉੱਥੇ ਹੁਣ ਬਹੁਤ ਥੋੜ੍ਹੇ ਲੋਕ ਜਿਹੜੇ ਆ ਉਹ
ਜਾ ਸਕਣਗੇ। ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਸਾਊਦੀ ਅਰੇਬੀਆ ਦੇ ਦੁਆਰਾ 1000 ਜਿਹੜੇ ਵਰਸ਼ਿਪਰਸ ਆ ਉਹਨਾਂ ਨੂੰ ਹੀ ਜਿਹੜਾ ਉਹ ਇਹ ਟ੍ਰਿਪ ਦੇ ਉੱਤੇ ਜਾਣ ਦੀ ਇਜਾਜ਼ਤ ਜਿਹੜੀ ਆ ਉਹ ਦੇ ਰਹੇ ਆ। ਸੋ ਬਹੁਤ ਸਾਰੇ ਮੁਸਲਮਾਨਾਂ ਦੇ ਲਈ ਇਹ ਕਾਫੀ ਜਿਹੜਾ ਉਹ ਵੱਡੇ ਝਟਕੇ ਦੇ ਵਜੋਂ ਹੈਗਾ ਵੀ ਉਹ ਉੱਥੇ ਹੱਜ ਜਿਹੜਾ ਉਹ ਨਹੀਂ ਕਰ ਸਕਣਗੇ ਇਸ ਸਾਲ ਦੇ ਵਿੱਚ। ਜੀ, ਅਗਲੀ ਖਬਰ ਸਾਡੇ ਸ਼ਹਿਰ ਜਿਹੜਾ ਸੈਨੋਜ਼ੇ ਉੱਥੋਂ ਆ ਰਹੀ ਆ। ਮਿਡ ਮਾਰਚ ਤੋਂ ਹੀ ਜਦੋਂ ਕਰੋਨਾ ਵਾਇਰਸ ਪੈਂਡੈਮਿਕ ਸ਼ੁਰੂ ਹੋਇਆ ਸੀ ਉਸ ਟਾਈਮ ਤੋਂ ਹੀ ਸਿਟੀ ਆਫ ਸੈਨੋਜ਼ੇ ਨੇ ਜਿੰਨੇ ਵੀ ਉਹਨਾਂ ਦੇ ਪਾਰਕਿੰਗ ਲੋਟਸ ਹੈਗੇ ਆ ਜਾਂ ਜਿੱਥੇ ਮੀਟਰਸ ਲਾਏ ਹੋਏ ਹੈਗੇ ਆ ਉਹ ਕਿਸੇ ਤਰ੍ਹਾਂ ਦੀ ਟਿਕਟ ਦੇਣ ਤੋਂ ਬੈਨ ਕੀਤਾ ਹੋਇਆ ਸੀ ਵੀ ਕੋਈ ਵੀ ਬੰਦਾ ਜਿਹੜਾ ਹੈ ਕਿਤੇ ਵੀ ਕਾਰ ਪਾਰਕ ਕਰ ਸਕਦਾ ਹੈ, ਉਹਦੀ ਕਾਰ ਟੋ ਨਹੀਂ ਕੀਤੀ ਜਾਊਗੀ। ਸੋ ਅੱਜ ਸਿਟੀ ਆਫ ਸੈਨੋਜ਼ੇ ਨੇ ਦੁਆਰਾ ਕੀ ਫਿਰ ਟਿਕਟਾਂ ਦੇਣੀਆਂ ਜਿਹੜੀਆਂ ਆ ਸ਼ੁਰੂ ਕਰ ਦਿੱਤੀਆਂ। ਉਹਨੇ ਲੋਕਾਂ ਨੂੰ ਕਿਹਾ ਵੀ ਹਾਂ ਹੁਣ ਬਹੁਤ ਟਾਈਮ ਹੋ ਗਿਆ ਜਿੱਥੇ ਜਿੱਥੇ ਲੋਕਾਂ ਨੇ ਕਾਰਾਂ ਲਾਈਆਂ ਸੀਆਂ ਮੂਵ ਕਰ ਲਓ ਇਲੀਗਲ ਜਗ੍ਹਾ ਤੋਂ, ਨਹੀਂ ਤਾਂ ਤੁਹਾਨੂੰ ਜਿਹੜੀਆਂ ਟਿਕਟਾਂ ਮਿਲਣਗੀਆਂ। ਜੀ, ਗਵਰਨਰ ਗੈਵਿਨ ਨਿਊਸਮ ਨੇ ਪਿਛਲੇ ਹਫਤੇ ਅਨਾਊਂਸ ਕੀਤਾ ਸੀਗਾ ਵੀ ਜਿਹੜੇ EDD ਹੈ ਕੈਲੀਫੋਰਨੀਆ ਦਾ ਉਸ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਲੌਂਗ ਟਰਮ ਪਲਾਨ ਦੀ ਜਿਹੜੀ ਜ਼ਰੂਰਤ ਆ। ਉਹਨਾਂ ਨੇ ਇੱਕ ਹਿਸਾਬ ਦੇ ਨਾਲ ਏਜੰਸੀ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਪੁਰਾਣੇ ਕੰਪਿਊਟਰ ਇਨਫਰਾਸਟ੍ਰਕਚਰ ਦੇ ਉੱਤੇ ਜਿਹੜੀਆਂ ਉਹ ਘੱਲੀਆਂ। ਪਰ ਹੁਣ ਕਈ ਜਿਹੜੇ ਕੈਲੀਫੋਰਨੀਆ ਦੇ ਲਾਅ ਮੇਕਰਸ ਆ EDT ਦੇ ਆਡਿਟ ਦੀ ਜਿਹੜੀ ਉਹ ਮੰਗ ਕਰ ਰਹੇ ਆ ਵੀ ਜਿਹੜੇ ਫਰੈਜ਼ਨੋ ਤੋਂ ਰਿਪਬਲਿਕਨ ਜਿਮ ਪੈਟਰਸਨ ਅਸੈਂਬਲੀ ਮੈਂਬਰ ਹੈਗੇ ਆ ਉਹਨਾਂ ਨੇ ਕਿਹਾ ਵੀ ਉਹ ਕਈ ਵਿਸਲ ਬਲੋਵਰਸ ਨੂੰ ਜਿਹੜੇ ਉਹ ਜਾਣਦੇ ਆ ਜਿਹੜੇ ਕਿ ਇਹ ਸੱਚ ਬੋਲਣ ਦੇ ਲਈ ਤਿਆਰ ਨੇ ਤੇ ਹੋਰ ਜਿਹੜੇ ਚੀਜ਼ਾਂ ਨੂੰ ਦੱਸਣ ਦੇ ਲਈ ਤਿਆਰ ਆ ਵੀ ਟੈਕਨੋਲੋਜੀ ਜਿਹੜੀ ਆ ਉਹ ਕਿੰਨੀ ਆਊਟਡੇਟਿਡ ਆ। ਸੋ ਕਿਤੇ ਨਾ ਕਿਤੇ ਇਹਨਾਂ ਦੋਨਾਂ ਦੀ ਜਿਹੜੀ ਗੱਲ ਆ ਉਹ ਆਪਸ ਦੇ ਵਿੱਚ ਮੇਚ ਵੀ ਖਾਂਦੀ ਆ ਵੀ ਕੰਪਿਊਟਰ ਇਨਫਰਾਸਟ੍ਰਕਚਰ ਜਿਹੜਾ ਉਹ ਬੈਡ ਹੈਗਾ ਆ। ਤੇ ਜਿਹੜੇ ਡੈਮੋਕ੍ਰੇਟ ਅਸੈਂਬਲੀ ਮੈਂਬਰ ਰੂਡੀ ਸਾਲਸ ਆ ਉਹਨਾਂ ਨੇ ਕਿਹਾ ਵੀ ਮੈਨੂੰ ਬੜੀ ਨਿਰਾਸ਼ਾ ਜਿਹੜੀ ਆ ਉਹ ਹੋ ਰਹੀ ਆ ਵੀ ਜੁਆਇੰਟ ਲੈਜਿਸਲੇਟਿਵ ਆਡਿਟ ਕਮੇਟੀ ਦੇ ਦੁਆਰਾ ਅਗਲੇ ਹਫਤੇ ਜਿਹੜੀ ਹੀਅਰਿੰਗ ਆ ਉਹ ਨਹੀਂ ਸਕੈਜੂਲ ਜਿਹੜੀ ਉਹ ਕੀਤੀ ਗਈ। ਕਹਿੰਦੇ ਵੀ ਉਸ ਦੇ ਚੇਅਰਮੈਨ ਹੋਣ ਦੇ ਮੁਤਾਬਕ ਇਹ ਸਾਡਾ ਜਿਹੜਾ ਕਿਤੇ ਨਾ ਕਿਤੇ ਫਰਜ਼ ਬਣਦਾ ਆ ਵੀ EDD ਦਾ ਇਸ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਿਆ ਜਾਵੇ ਤੇ PPE ਕਿੰਨੇ ਕੁ ਜਿਹੜੇ ਆ ਮੌਜੂਦ ਹੈਗੇ ਨੇ ਵੀ ਇਸ ਦੇ ਬਾਰੇ ਪਤਾ ਹੋਣਾ ਚਾਹੀਦਾ। ਕੈਲੀਫੋਰਨੀਆ ਦੇ ਨਿਵਾਸੀਆਂ ਨੂੰ ਇਸ ਦੇ ਬਾਰੇ ਅਕਾਊਂਟੇਬਿਲਟੀ ਜਿਹੜੀ ਉਹ ਚਾਹੀਦੀ ਆ ਤੇ ਪਾਰਦਰਸ਼ਤਾ ਜਿਹੜੀ ਉਹ ਚਾਹੀਦੀ ਆ ਇਹਨਾਂ ਵੇਲਿਆਂ ਦੇ ਵਿੱਚ ਤਾਂ ਜੋ ਇਹ ਪਤਾ ਹੋਵੇ ਵੀ EDD ਜਿਹੜੀ ਵਾਕਿਆ ਹੀ ਚੱਜ ਦੇ ਨਾਲ ਕੰਮ ਕਰ ਰਹੀ ਆ। ਜੀ, ਅਗਲੀ ਖਬਰ ਜਿਹੜੀ ਆ JC Penney ਨੂੰ ਲੈ ਕੇ ਆ। JC Penney ਵਾਲੇ ਕਹਿੰਦੇ ਆ ਵੀ ਉਹ ਆਪਣੀ ਕੰਪਨੀ ਨੂੰ ਬੈਂਕਰਪਸੀ ਦੇ ਦੌਰਾਨ ਸੈੱਲ ਕਰ ਸਕਦੇ ਆ ਤਾਂ ਕਿ ਉਹਨਾਂ ਦੀ ਲਿਕੁਇਡੇਸ਼ਨ ਨਾ ਹੋਵੇ। ਸੋ JC Penney ਵਰਗੇ ਜਿਹੜੇ ਸਟੋਰ ਆ ਉਹਨਾਂ ਨੇ ਬੈਂਕਰਪਸੀ ਤਾਂ ਕੀਤੀ ਸੀ। ਚੈਪਟਰ 11 846 ਦੇ ਕਰੀਬ ਸਟੋਰ ਹੈਗੇ ਆ JC Penney ਦੇ, 85,000 ਇੰਪਲਾਈ ਆ ਤੇ ਬਹੁਤ ਵੱਡੀ ਕੰਪਨੀ ਆ। 600 ਸਟੋਰ ਇਹਨਾਂ ਨੇ ਬੈਂਕਰਪਸੀ 'ਚ ਪਾਏ ਸੀ। 150 ਦੇ ਕਰੀਬ ਇਹਨਾਂ ਜਿਹੜੇ ਸਟੋਰ ਆ ਉਹਨਾਂ ਦੀ ਲਿਕੁਇਡੇਸ਼ਨ ਹੋਣੀ ਹੈਗੀ ਆ। ਜੀ, ਤੇ ਹਰਜੋਤ ਸਿੰਘ ਜੀ ਇੱਕ ਸਾਡੇ ਸਰੋਤੇ ਦੀ ਕਾਲ ਆਈ ਸੀ, ਉਹ ਪੁੱਛਦੇ ਸੀ ਵੀ ਕਈ ਥਾਵਾਂ ਦੇ ਉੱਤੇ EBT ਕਾਰਡਸ ਨੂੰ ਲੈ ਕੇ ਚਰਚਾ ਜਿਹੜੀ ਚੱਲ ਰਹੀ ਸੀ, ਕਈ ਜਣੇ ਐਪਲੀਕੇਸ਼ਨਾਂ ਭਰ ਰਹੇ ਸੀ ਵੀ ਕੀ ਪੈਂਡੈਮਿਕ ਦੇ ਨਾਲ ਸੰਬੰਧਿਤ ਕੁਛ ਸੀਗਾ। ਐਕਚੁਅਲ ਦੇ ਵਿੱਚ ਸੀਗਾ, ਸਾਡੇ ਕੋਲੋਂ ਇਹ ਜਿਹੜੀ ਗੱਲ ਆ ਸ਼ਾਇਦ ਉਹ ਨਹੀਂ ਹੋ ਸਕੀ। ਪਿਛਲੇ 15 ਜੁਲਾਈ ਨੂੰ ਅਖੀਰਲੀ ਤਰੀਕ ਸੀਗੀ ਉਸ ਦੀ ਡੈਡਲਾਈਨ ਦੀ। ਜੇ ਜਿਨ੍ਹਾਂ ਬੱਚਿਆਂ ਨੂੰ ਫੂਡ ਬੈਨੀਫਿਟਸ ਮਿਲਦੇ ਸੀ ਉਹਨਾਂ ਨੂੰ ਵਨ ਟਾਈਮ $365 ਜਿਹੜੇ ਉਹ ਦਿੱਤੇ ਜਾ ਸਕਦੇ ਸੀਗੇ, ਮਿਲ ਸਕਦੇ ਸੀਗੇ। ਪਰ ਇਹ ਪੈਂਡੈਮਿਕ ਦੇ ਲਈ ਸਪੈਸ਼ਲ ਇਹਨਾਂ ਨੇ EBT ਪ੍ਰੋਗਰਾਮ ਜਿਹੜਾ ਉਹ ਬਣਾਇਆ ਸੀ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਨੂੰ ਇਹ ਸਹੂਲਤ ਜਿਹੜੀ ਉਹ ਮਿਲ ਸਕਦੀ ਸੀ। ਪਰ ਹੁਣ ਸਮਾਂ ਜਿਹੜਾ ਆ ਉਸ ਦੇ ਲਈ ਨਿਕਲ ਚੁੱਕਾ ਹੋਇਆ ਆ। ਇਹ ਜ਼ਿਆਦਾਤਰ ਜਿਨ੍ਹਾਂ ਦੇ ਕੋਲ ਸੀਗਾ ਉਹਨਾਂ ਨੂੰ ਜਿਹੜਾ ਇਸ ਦੇ ਬਾਰੇ ਪਤਾ ਲੱਗ ਗਿਆ ਸੀਗਾ। ਜੀ, ਅਗਲੀ ਖਬਰ ਜਿਹੜੀ ਆ ਮਡੇਰੇ ਤੋਂ ਆ ਰਹੀ ਹੈ। ਮਡੇਰੇ 'ਚ ਆਪਾਂ ਪਿਛਲੇ ਦਿਨਾਂ ਤੋਂ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਜਿਹੜੇ ਦੋ ਪੇਰੈਂਟਸ ਆ, ਇੱਕ ਪੰਜਾਬੀ ਮੂਲ ਦਾ ਜਿਹੜਾ ਬੰਦਾ ਸੀ ਤੇ ਉਹਦੀ ਵਾਈਫ ਜਿਹੜੀ ਆ ਸਪੈਨਿਸ਼ ਮੂਲ ਦੀ ਆ। 2 ਸਾਲਾਂ ਦਾ ਬੱਚਾ ਉਹਨਾਂ ਦਾ ਜਿਹੜਾ ਆ ਖੇਤਾਂ ਦੇ ਵਿੱਚ ਉਹਦੀ ਬੋਡੀ ਲੱਭੀ ਗਈ ਸੀ, ਅੱਗ ਲੱਗੀ ਹੋਈ ਸੀ। ਸੋ ਉਹਨੂੰ ਲੈ ਕੇ ਪੇਰੈਂਟਸ ਨੂੰ ਅਰੈਸਟ ਕਰ ਲਿਆ ਗਿਆ ਸੀ। ਹੁਣ ਲੇਟੈਸਟ ਖਬਰ ਇਹ ਆ ਰਹੀ ਆ ਕਿ ਦੋਨਾਂ ਨੂੰ ਮਰਡਰ ਚਾਰਜਸ ਦੋਨਾਂ ਦੇ ਉੱਤੇ ਲਾ ਦਿੱਤੇ ਗਏ ਹੈਗੇ ਆ, ਉਹਦੇ ਫਾਦਰ ਦੇ ਤੇ ਮਦਰ ਤੇ। ਤੇ ਪੂਰਾ ਮਡੇਰਾ ਛੋਟਾ ਜਿਹਾ ਟਾਊਨ ਆ ਫ੍ਰਿਜ਼ਨੋ ਦੇ ਲਾਗੇ। ਸੰਡੇ ਉੱਤੇ ਬਹੁਤ ਵੱਡਾ ਵਿਜ਼ਲ ਵੀ ਰੱਖਿਆ ਉਹਨੇ, ਕੈਂਡਲਾਈਟ ਵਿਜ਼ਲ, ਤੇ ਮਿਊਰਲਸ ਵੀ ਬਣਾਏ ਹੈਗੇ ਮਿਊਰਲਸ। ਤੇ ਪਰ ਅਨਫੋਰਚੂਨੇਟ ਪਾਰਟ ਇਹੀ ਆ ਰਾਜਕਰਮਵੀਰ ਸਿੰਘ ਜੀ, ਜਦੋਂ ਇੱਦਾਂ ਦੀ ਸਿਚੁਏਸ਼ਨ ਹੁੰਦੀ ਆਪਣੀ ਕਮਿਊਨਿਟੀ ਬੜੀ ਘੱਟ ਇਨਵੋਲਵ ਹੁੰਦੀ ਆ। ਮੈਂ ਦੇਖਦਾ ਸੀ ਉੱਥੇ ਫੋਟੋਜ਼ ਦੇ ਵਿੱਚ ਮੈਨੂੰ ਬੰਦਾ ਕੋਈ ਦਿਸਦਾ ਹੀ ਨਹੀਂ ਸੀ ਵੀ ਪੰਜਾਬੀ ਵੀ ਉੱਥੇ ਕੋਈ ਗਿਆ ਕਿ ਨਹੀਂ। ਦੇਖੋ ਵੀ ਪੂਰੀ ਦੀ ਪੂਰੀ
ਜਿਹੜੇ ਸ਼ਹਿਰ ਆ 100 ਤੋਂ ਵੱਧ ਜਿਹੜੀਆਂ ਬੀਬੀਆਂ ਸੀਗੀਆਂ ਉਹ ਸ਼ਹਿਰ ਦੀਆਂ ਉਹ ਇਸ ਬੱਚੇ ਨੂੰ ਲੱਭਣ 'ਚ ਲੱਗੀਆਂ ਸੀਆਂ। ਕਹਿੰਦੇ ਕੋਈ ਕੌਫੀ ਲਿਆਂਦਾ ਸੀ, ਕੋਈ ਫੂਡ, ਕੋਈ ਕੁਛ, ਕਿੰਨੇ ਦਿਨ ਉਹ ਲੱਭਦੀਆਂ ਰਹੀਆਂ ਬੱਚੇ ਨੂੰ, ਜਿਹੜਾ ਥੋੜ੍ਹਾ ਮੈਂਟਲੀ ਜਿਹੜਾ ਠੀਕ ਨਹੀਂ ਸੀ। ਸੋ ਆਪਾਂ ਨੂੰ ਜਦੋਂ ਇੱਦਾਂ ਦਾ ਕੋਈ ਦੁੱਖ ਹੁੰਦਾ ਉਹ 'ਤੇ ਜ਼ਰੂਰ ਸਾਨੂੰ ਪਾਰਟੀਸਪੇਸ਼ਨ ਜ਼ਰੂਰ ਚਾਹੀਦੀ ਆ, ਕਿਉਂਕਿ ਫਿਰ ਜਦੋਂ ਕੋਈ ਹੋਰ ਧੱਕਾ ਕਿਸੇ ਨਾਲ ਹੁੰਦਾ ਫਿਰ ਆਪਾਂ ਕਹਿੰਦੇ ਸਾਡੇ ਕੋਈ ਆਉਂਦਾ ਨਹੀਂ ਹੈ, ਵੀ ਸਾਡਾ ਸਾਥ ਨਹੀਂ ਦਿੰਦੇ ਹੈਗੇ। ਦੇਖੋ ਜੀ, ਅਜਿਹੇ ਮੌਕੇ ਦੇ ਉੱਤੇ ਜਦੋਂ ਆਪਣੀ ਕਮਿਊਨਿਟੀ ਦਾ ਇੱਕ ਬੰਦਾ ਇਸ ਦੇ ਵਿੱਚ ਇਨਵੋਲਵ ਸੀਗਾ ਅਤੇ ਨਾ ਸ਼ਮੂਲੀਅਤ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਕਮਿਊਨਿਟੀ ਬਾਰੇ ਮਾੜੀਆਂ ਗੱਲਾਂ ਹੀ ਜਿਹੜੀਆਂ ਹੋਣਗੀਆਂ, ਜੇ ਸ਼ਮੂਲੀਅਤ ਹੁੰਦੀ ਵੀ ਹਾਂ ਵੀ ਅਸੀਂ ਇਸ ਚੀਜ਼ ਦੇ ਵਿੱਚ ਨਾਲ ਹਾਂ ਸਾਰੇ ਜਾਣੇ, ਤਾਂ ਇਹ ਚਰਚਾ ਜਿਹੜੀ ਉਹ ਡਿਫਰੈਂਟ ਹੋਣੀ ਸੀ। ਪਰ ਹੁਣ ਕੀ ਪਤਾ ਘਰਾਂ ਦੇ ਵਿੱਚ ਉਹ ਆਪਣੀ ਕਮਿਊਨਿਟੀ ਬਾਰੇ ਕੀ ਲੋਕ ਜਿਹੜੇ ਉਹ ਕਹਿ ਰਹੇ ਹੋਣਗੇ। ਕੋਈ ਪਿਓ ਨੂੰ ਜਿਹੜਾ ਕਹਿ ਰਿਹਾ ਹੋਊਗਾ, ਕੋਈ ਮਾਂ ਨੂੰ, ਕੋਈ ਦੋਨੋਂ ਹੀ ਜਾਣੇ ਵੀ ਇੱਦਾਂ ਜਿਹੜਾ ਕੁਛ ਹੋਇਆ ਹੈ, ਬਹੁਤ ਮਾੜੀ ਗੱਲ ਆ। ਵੈਸੇ ਵੀ ਆਪਣੀ ਕਮਿਊਨਿਟੀ ਦੇ ਵਿੱਚ ਜਦੋਂ ਕੋਈ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ, ਜਿਹੜੀ ਕਮਿਊਨਿਟੀ ਐਜ਼ ਬਤੌਰ ਕਮਿਊਨਿਟੀ ਉਹਨਾਂ ਦੇ ਸੋਲਿਊਸ਼ਨ ਲੱਭਣ ਦੀ ਬਜਾਏ ਉਸ ਦੇ ਬਾਰੇ ਚਰਚਾ ਜਿਹੜੀ ਉਹ ਘੱਟ ਕਰਦੀ ਹੁੰਦੀ ਆ, ਅਤੇ ਇਹ ਮਾੜੀ ਗੱਲ ਆ। ਜੇ ਆਪਾਂ ਇਹਨਾਂ ਸਮੱਸਿਆਵਾਂ ਦੇ ਪ੍ਰਤੀ ਬੋਲਾਂਗੇ ਨਹੀਂ, ਗੱਲ ਨਹੀਂ ਕਰਾਂਗੇ, ਤਾਂ ਇਹਨਾਂ ਦੇ ਹੱਲ ਜਿਹੜੇ ਹੋਣੇ ਨਹੀਂ ਆ। ਕਿੰਨੀ ਦੇਰ ਤੱਕ ਘਟਾ ਜਿਹੜਾ ਆ ਤੁਸੀਂ ਜਿਹੜੇ ਕਾਰਪਟ ਦੇ ਥੱਲੇ ਜਿਹੜਾ ਉਹ ਕਰੀ ਜਾਓਗੇ, ਇਹ ਅਕਸਰ ਕਿਤੇ ਨਾ ਕਿਤੇ ਜਿਹੜਾ ਝਾੜ ਆ ਉਹ ਫਿਰ ਮੂੰਹ ਦੇ ਉੱਤੇ ਘਟਾ ਜਿਹੜਾ ਉਹ ਪੈਂਦਾ ਹੈ। ਸੋ ਇਹਦੇ ਕਰਕੇ ਪ੍ਰੋਬਲਮ ਜਿਹੜੀ ਉਹ ਜ਼ਰੂਰ ਆ ਸਕਦੀ ਹੈ। ਸੋ ਅਜਿਹੇ ਮਾਮਲਿਆਂ ਦੇ ਵਿੱਚ ਇਨਸਾਨੀਅਤ ਦੇ ਨਾਤੇ ਜਿਹੜਾ ਹਰ ਇੱਕ ਨੂੰ ਅਜਿਹੀਆਂ ਚੀਜ਼ਾਂ ਦੇ ਵਿੱਚ ਅੱਗੇ ਆਉਣਾ ਚਾਹੀਦਾ ਆ। ਹੁਣੇ ਜਿਹੜੀ ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ, ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਰੂਥ ਬੇਡਰ ਗਿੰਗਜ਼ਬਰਗ ਜਿਹੜੇ ਆ ਉਹ ਇੱਕ ਵਾਰੀ ਫਿਰ ਹਸਪਤਾਲ ਦੇ ਵਿੱਚ ਜਿਹੜੇ ਗਏ ਆ। ਸੁਪਰੀਮ ਕੋਰਟ ਨੇ ਇਹ ਦੱਸਿਆ ਆ ਵੀ ਉਹਨਾਂ ਦਾ ਇੱਕ ਨਾਨ ਸਰਜੀਕਲ ਪ੍ਰੋਸੀਜਰ ਜਿਹੜਾ ਆ ਉਹ ਕੀਤਾ ਗਿਆ ਆ। ਜਿਹੜੇ ਜਸਟਿਸ ਗਿੰਗਜ਼ਬਰਗ ਆ, ਇਹਨਾਂ ਨੂੰ ਨਿਊਯਾਰਕ ਦੇ ਮੈਮੋਰੀਅਲ ਸਲੋਨ ਕੈਟਰਿੰਗ ਕੈਂਸਰ ਸੈਂਟਰ ਦੇ ਵਿੱਚ ਇਹਨਾਂ ਦਾ ਇਹ ਇਲਾਜ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਇਹਨਾਂ ਨੂੰ ਜਿਹੜਾ ਕੈਂਸਰ ਸੀਗਾ, ਫਿਰ ਉਸ ਦੇ ਪ੍ਰਤੀ ਇਹਨਾਂ ਦਾ ਕਾਫੀ ਇਲਾਜ ਵੀ ਹੋਇਆ। ਕਈ ਜਿਹੜੇ ਆ ਇਹਨਾਂ ਦੀਆਂ ਸਰਜਰੀਜ਼ ਵੀ ਹੋਈਆਂ ਸੀ, ਵਿੱਚ ਜੇ ਠੀਕ ਵੀ ਸੀਗੇ, ਅਤੇ ਇਹਨਾਂ ਤੋਂ ਬਾਅਦ ਦੇ ਵਿੱਚ ਵੀ ਉਹ ਕੰਮ ਜਿਹੜੇ ਉਹ ਕਰਦੇ ਰਹੇ ਆ। ਪਰ ਬਾਰ-ਬਾਰ ਜਿਹੜੇ ਆ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਹੋਣਾ ਪੈ ਰਿਹਾ ਆ ਵੱਖ-ਵੱਖ ਥਾਵਾਂ ਦੇ ਉੱਤੇ। ਗਿੰਗਜ਼ਬਰਗ 87 ਸਾਲ ਇਹਨਾਂ ਦੀ ਜਿਹੜੀ ਉਮਰ ਹੈਗੀ ਆ, ਅਤੇ ਇਹ ਕੋਰਟ ਦੇ ਜਿਹੜੇ ਐਲਡੈਸਟ ਮੈਂਬਰਸ ਦੇ ਵਿੱਚੋਂ ਆ, ਅਤੇ ਲਿਬਰਲ ਜੱਜਿਸ ਦੇ ਇੱਕ ਹਿਸਾਬ ਦੇ ਨਾਲ ਬੜੇ ਸੀਨੀਅਰ ਲੀਡਰ ਦੇ ਵਿੱਚੋਂ ਜਿਹੜੇ ਆ ਉਹ ਗਿਣੇ ਜਾਂਦੇ ਨੇ। ਅਗਲੀ ਜਿਹੜੀ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, 100 ਪੁਆਇੰਟ ਦੇ ਕਰੀਬ ਅੱਜ ਸਟਾਕ ਮਾਰਕੀਟ ਅੱਪ ਗਈ ਹੈ, ਕਿਉਂਕਿ ਫੈਡ ਨੇ ਜਿਹੜੇ ਇੰਟਰਸਟ ਰੇਟ ਆ ਉਹਨਾਂ ਨੂੰ ਚੇਂਜ ਨਹੀਂ ਕੀਤਾ, ਅਨਚੇਂਜ ਰੱਖੇ ਹੈਗੇ ਆ। ਟੈਕ ਕੰਪਨੀਆਂ ਦੇ ਸਟਾਕ ਉੱਪਰ ਗਏ ਆ। ਡਾਓ ਜੋਨ ਇੰਡਸਟਰੀਅਲ ਨੇ 160 ਦੇ ਕਰੀਬ ਪੁਆਇੰਟ ਗੇਨ ਕੀਤੇ ਹੈਗੇ ਆ ਜੀ। 160 ਪੁਆਇੰਟ ਡਾਓ ਜੋਨਸ ਦੇ ਵਿੱਚ ਵਾਧਾ ਹੋਇਆ, 140 ਪੁਆਇੰਟਾਂ ਦਾ ਵਾਧਾ ਨੈਸਡੈਕ ਦੇ ਵਿੱਚ 10,542 ਤੇ ਉਹ ਕਲੋਜ਼ ਹੋਈ ਆ। S&P ਦੇ ਵਿੱਚ 40 ਪੁਆਇੰਟ ਵਧੇ ਆ 3258 ਦੇ ਉੱਤੇ। ਸੋਨੇ ਦੀ ਕੀਮਤ ਲਗਾਤਾਰ ਜਿਹੜੀ ਆ ਉਹ ਵੱਧ ਰਹੀ ਆ। ਜਦੋਂ ਇਹ ਚੀਜ਼ ਦੀ ਕਹਿੰਦੇ ਆਖੀ ਜਾਂਦੀ ਹੈ, ਜਦੋਂ ਸੋਨੇ ਦੀ ਕੀਮਤ ਵੱਧ ਰਹੀ ਹੋਵੇ ਤਾਂ ਇਹਦਾ ਮਤਲਬ ਵੀ ਜਿਹੜੇ ਇਨਵੈਸਟਰ ਆ ਉਹ ਕਿਸੇ ਹੋਰ ਚੀਜ਼ ਦੇ ਉੱਤੇ ਘੱਟ ਭਰੋਸਾ ਜਿਹੜਾ ਉਹ ਕਰ ਰਹੇ ਹੁੰਦੇ ਆ। ਸੋ $1958 ਜਿਹੜੇ ਆ ਪ੍ਰਤੀ ਆਊਂਸ ਜਿਹੜੀ ਆ ਉਹ ਇਸ ਟਾਈਮ ਸੋਨੇ ਦੀ ਕੀਮਤ ਚੱਲ ਰਹੀ ਹੈਗੀ ਆ। $1 ਦੀ ਕੀਮਤ 74 ਰੁਪਏ 80 ਪੈਸੇ ਰਹੀ ਜੀ, ਅਤੇ ਇੱਕ ਕੈਨੇਡੀਅਨ ਡਾਲਰ ਇੱਕ $1 ਦੇ ਮੁਕਾਬਲੇ $1.33 ਜਿਹੜਾ ਆ ਉਹ ਕੀਮਤ ਰਹੀ। ਜਾਂਦੇ ਜਾਂਦੇ ਦੱਸਦੇ ਜਾਈਏ ਇੱਕ ਵਾਰੀ ਫੇਰ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬੇਨਤੀ ਆ ਪਲੀਜ਼ ਵੱਧ ਤੋਂ ਵੱਧ ਜਿਹੜਾ YouTube ਚੈਨਲ ਆ ਪੰਜਾਬੀ ਰੇਡੀਓ USA ਦਾ, ਉਹਨੂੰ ਸਬਸਕ੍ਰਾਈਬ ਕਰੋ। ਉਹਦੀ ਕੋਈ ਕਿਸੇ ਤਰ੍ਹਾਂ ਦੀ ਫੀਸ ਨਹੀਂ, ਕੁਛ ਨਹੀਂ, ਫ੍ਰੀ ਤੁਸੀਂ ਜੁਆਇਨ ਕਰਨਾ ਆ, ਤਾਂ ਕਿ ਤੁਸੀਂ ਵੱਖ-ਵੱਖ ਪ੍ਰੋਗਰਾਮ ਜਿਹੜੇ ਆ ਅਲੱਗ-ਅਲੱਗ ਟਾਈਮ ਦੇ ਜਿਹੜੇ ਆ ਤੁਸੀਂ ਸੁਣ ਸਕੋ। ਅਤੇ ਅੱਜ ਸ਼ਾਮ ਨੂੰ ਬਹੁਤ ਹੀ ਵਧੀਆ ਪ੍ਰੋਗਰਾਮ ਹੋਣਾ ਆ। 2 ਡਾਕਟਰ ਜਿਹੜੇ ਹੈਗੇ ਆ, ਅਤੇ ਇੱਕ ਜਿਹੜੀ ਆਪਣੀ ਭੈਣ ਆ ਜਿਸ ਨੂੰ ਕਰੋਨਾ ਵਾਇਰਸ ਹੋ ਗਿਆ ਸੀ, ਉਹ ਖੁਦ ਨਰਸ ਪ੍ਰੈਕਟੀਸ਼ਨਰ ਸੀ, ਅਤੇ ਉਸ ਨੇ ਕਿਸ ਤਰ੍ਹਾਂ ਜਿਹੜਾ ਸਰਵਾਈਵ ਕੀਤਾ, ਉਹ ਵੀ ਉਹਨਾਂ ਦੀ ਇੰਟਰਵਿਊ ਆਏਗੀ 8:30 ਵਜੇ ਦੇ ਕਰੀਬ, ਬਲਤੇਜ ਪੰਨੂ ਦੀਆਂ ਜਦੋਂ ਖਬਰਾਂ ਹੋਣੀਆਂ ਉਹਨਾਂ ਤੋਂ ਬਾਅਦ। ਜੀ ਬਿਲਕੁਲ, ਡਾਕਟਰ ਕੰਗ ਅਤੇ ਡਾਕਟਰ ਨਿੱਜਰ ਜਿਹੜੇ ਆ ਉਹ ਆਪਣੇ ਨਾਲ ਜਿਹੜੇ ਜੁੜਨਗੇ, ਉਹ ਗੱਲਬਾਤ ਆ ਤੁਹਾਡੇ ਸਾਹਮਣੇ ਪੇਸ਼ ਕਰਨਗੇ। ਕੀ ਨਵੀਂ ਜਿਹੜੀ ਕੋਵਿਡ ਦੇ ਬਾਰੇ ਜਾਣਕਾਰੀ ਆ, ਕੀ ਆਪਾਂ ਨੂੰ ਜਿਹੜਾ ਉਹ ਕਰਨਾ ਚਾਹੀਦਾ, ਕਿੱਦਾਂ ਜਿਹੜਾ ਬਚਾਅ ਰੱਖ ਸਕਦੇ ਹਾਂ, ਅਤੇ ਜਿਹੜੇ ਕਰੋਨਾ ਵਾਇਰਸ COVID-19 ਦੇ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਵੀ ਆਪਾਂ ਪੇਸ਼ ਕਰਾਂਗੇ। ਉਸ ਦੇ ਵਿੱਚ ਕਾਲਸ ਤਾਂ ਜਿਹੜੀਆਂ ਉਹ ਨਹੀਂ ਲੈ ਸਕਾਂਗੇ, ਪਰ ਜਿਹੜੀ ਉਹ ਗੱਲਬਾਤ ਆ ਉਹ ਜਿਹੜੀ ਜ਼ਰੂਰ ਸਾਰੇ ਜਣੇ ਬੜੇ ਧਿਆਨ ਦੇ ਨਾਲ ਜਿਹੜੀ ਉਹ ਜ਼ਰੂਰ ਸੁਣੋ, ਅਤੇ ਸਾਰੇ ਦੁਨੀਆ ਦੇ ਵਿੱਚ ਜਿਹੜੇ ਸੁਣੋ, ਕਿਉਂਕਿ COVID-19 ਦੇ ਲੱਛਣ ਸਾਰੇ ਜਗ੍ਹਾ ਦੇ ਉੱਤੇ ਜਿਹੜੇ ਉਹ ਸੇਮ ਨੇ, ਅਤੇ ਆਪਣੀ ਕਮਿਊਨਿਟੀ ਆਪਣੀ ਬੋਲੀ ਦੇ ਵਿੱਚ ਉਹਨਾਂ ਨੂੰ ਇਹ ਜਾਣਕਾਰੀ ਜਿਹੜੀ ਉਹ ਮਿਲੇਗੀ, ਤਾਂ ਜੋ ਉਹ ਸਾਰਿਆਂ ਨੂੰ ਜਿਹੜਾ ਆ ਉਸ ਦਾ
ਫਾਇਦਾ ਜਿਹੜਾ ਹੋ ਸਕੇ ਵੀ ਸੋ ਬਿਲਕੁਲ ਦੋਨੋਂ ਹੀ ਪ੍ਰੋਫੈਸ਼ਨਲ ਡਾਕਟਰ ਹੈਗੇ, ਇੱਕ ਇੰਟਰਨਿਸਟ ਹੈਗਾ ਤੇ ਦੂਜਾ ਇਨਫੈਕਸ਼ੀਅਸ ਡਿਜ਼ੀਜ਼ ਦੇ ਜਿਹੜੇ ਮਾਹਰ ਨੇ, ਜਿੱਦਾਂ ਡਾਕਟਰ ਫੌਚੀ ਫੈਡਰਲ ਲੈਵਲ ਦੇ ਉੱਤੇ ਆ, ਉਹ ਉਸ ਆਪਣੇ ਹਸਪੀਟਲ ਦੇ ਵਿੱਚ ਡਾਕਟਰ ਨਿੱਜਰ ਜਿਹੜੇ ਆ ਉਹ ਡਾਇਰੈਕਟਰ ਹੈਗੇ ਨੇ ਇਨਫੈਕਸ਼ੀਅਸ ਡਿਜ਼ੀਜ਼ ਦੇ। ਸੋ ਕਹਿ ਲਓ ਵੀ ਪਿਛਲੇ ਕਈ ਮਹੀਨਿਆਂ ਤੋਂ ਇਹਦੇ ਵਿੱਚੋਂ ਹੀ ਉਹ ਗੁਜ਼ਰ ਰਹੇ ਨੇ, ਦੇਖ ਰਹੇ ਨੇ ਵੀ ਕਿੱਦਾਂ ਇਲਾਜ ਕਰਨਾ ਆ, ਕਿਵੇਂ ਸਾਰਾ ਕੁਛ ਆ, ਵੈਕਸੀਨ ਦੇ ਬਾਰੇ ਵੀ ਜਿਹੜੀ ਆ ਉਹ ਗੱਲਬਾਤ ਆ ਉਹ ਉਸ ਦੇ ਵਿੱਚ ਕਰਨਗੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼।